ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। नाइन ब्रदर्स टीवी मार्की है ਤੁਹਾਡੀ ਖidmat ਚ ਹਾਜ਼ਰ ਨਾਜ਼ਰੀਨ। ਸਾਡਾ ਚੈਨਲ ਨਾइन ब्रदर्स टीवी ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਮਿਲਦੇ ਰਹਿਣ। ਬੜੇ ਹੀ ਪਿਆਰੇ ਦੋਸਤ ਮਲਕ ਮੁਹੰਮਦ ਤਫੈਲ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ। ਨਾਜ਼ਰੀਨ ਇਹਨਾਂ ਨੂੰ ਕੱਲ ਕਾਲ ਕੀਤੀ ਸੀ ਔਰ ਮਾਸ਼ਾਅੱਲਾ ਅੱਜ ਇਹਨਾਂ ਨਾਲ ਰਾਬਤਾ ਵੀ ਹੋ ਗਿਆ ਔਰ ਦੁਬਾਰਾ ਪ੍ਰੋਗਰਾਮ ਜਿਹੜਾ ਉਹ ਵੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਔਰ ਇਹ ਵੀ 78 ਚ ਅਹਿਮਦੀ ਹੋਏ ਸੀ। ਮਕਸਦ ਇਹ ਹੁੰਦਾ ਨਾਜ਼ਰੀਨ ਕਿ ਲੋਕ ਜਿਹੜੇ ਅਹਿਮਦੀ 'ਚ ਦਾਖਲ ਹੋ ਰਹੇ ਨੇ ਕੋਈ ਤਾਂ ਵਜ੍ਹਾ ਹੈ, ਤਾਂ ਮੈਂ ਕਿਹਾ ਇਸੇ ਸਿਲਸਿਲੇ 'ਚ ਇਹਨਾਂ ਨੂੰ ਵੀ ਪੁੱਛਨੇ ਆ। ਜੀ अस्सलाम वालेकुम जी। ਵਾਲੇਕੁਮ ਸਲਾਮ। हाँ जी, मैं क्या बहुत शुक्रिया ਤੁਸੀਂ ਸਾਡੇ ਟਾਈਮ ਦਿੱਤਾ ਹੈ ਨਾइन ब्रदर्स टीवी ਨੂੰ। ਤੇ ਪਾਕਿਸਤਾਨ ਇਸਲਾਮਾਬਾਦ FIA 'ਚ 10 ਸਾਲ ਸਰਵਿਸ ਇਹਨਾਂ ਨੇ ਕੀਤੀ। ਮੈਂ ਕਿਹਾ ਮੈਂ ਵੀ ਥੋੜਾ ਬਹੁਤਾ ਦੱਸਦਾ ਜਾਵਾਂ ਤੁਹਾਨੂੰ। ਤੇ ਜਰਮਨੀ ਕਿਦੋਂ ਤੋਂ ਸਰ? ਜਰਮਨੀ 91 ਚ ਹੈ। ਅੱਛਾ 91 ਚ ਆਏ ਸੀ। ਤੇ ਵੈਸੇ ਕਿਥੋਂ ਤਲਕ ਹੈ, ਕਿਉਂਕਿ ਸਾਡੇ ਨਾਜ਼ਰੀਨ ਨੇ ਵੀ ਪੁੱਛਦੇ ਰਹਿੰਦੇ ਨੇ। ਕੋਟੂਮਨ ਤੋਂ ਤਲਕ ਸਰਗੋਦਾ ਕੋਟੂਮਨ। ਅੱਛਾ। ਮੇਰਾ तलक वो कि गरीब घराना तलक सी, लेकिन जमाती मजहबी घराना सी। और 1974 च जो मुखालफत शुरू हुई जमात की, मैं वो अगे अगे सा पत्थर मारन च घर च, और इतने मौजूद न दोस्त जिन्होंने घर पत्थर असी मारते सा। अच्छा। और फिर एक दिन मस्जिद अहमदिया च इसी नीयत नाल गए कि वो मस्जिद नूं अग लावांगे जी। और वो मस्जिद की सफा बाहर कढ़िया, पक्के उतार के सुटे, किताबां जी सन अंदर पईयां अलमारियां चो चुकियां सुटियां और उन्होंने अग लाई। अच्छा। उसी दौरान मैनू एक किताब नजर आई जिस लिखिया सी सीरत खातमुल अंबिया। जी जी। और मैं देखिया तो मैनू क्लिक होया कि ये साडे पैगंबर ने और खातम लफज एक सुन के सानू आंदा कि आखिरी नबी जी जी। ते इन्हां दे कित्थों आ गई, अहमदिया कोल कित्थों आ गई किताब? जी जी। वो मैं लियाई बरकरदानी की सैयदना हज़रत मोहम्मद सल्लल्लाहु अलैहि वसल्लम बहुत प्यारे अंदाज और इतनी तारीफ मैं नहीं पहले कभी पढ़ी सी किसी साढ़े मौलवी को जितनी वो लिखी। और वो मैं पढ़ता रहा, मेरी उस दौरान ही मेरी काया पलट गई। जी जी। और मैं बिल्कुल ही इस सोचना शुरू किया। ਤੇ ਫਿਰ ਇੱਕ ਦਿਨ ਰਾਤ ਨੂੰ ख्वाब ਚ ਸੈਯਦਨਾ ਹਸਨ ਸਾਲਿਸ ਤਸ਼ਰੀਫ ਲੈ ਆਏ ਮਾਸ਼ਾਅੱਲਾ। ਤੇ हुजूर फरमाते हैं कि तुम भटके हुए हो। अच्छा। क्योंकि साढ़े घराना पीर घराना पीर परस्त साढ़े लोग मेरे अब्बा जी, और असी जो ख्वाब में अम्मी नूं सुनाई अब्बा जी नूं सुनाई तो वो कहते हैं कि ये साढ़े बुजुर्ग ने पीर साहब, वो तेनों समझाना चाहते हैं कि तू जेडे कोई पुठे काम करदा छड़ दे। अच्छा। मैं भारत सोचा, लेकिन वो इंतहाई मेरी बड़ी हसरत हुई कि मैं उस चेहरे दोबारा देखा और बड़ा ही नूरानी चेहरा। जी जी। तो फिर एक दफा हजूर अगले 2 रात छोड़ के हजूर तशरीफ लाया दोबारा। जी जी। ते हजूर फरमाते हैं कि तुम उलझन में हो। अच्छा। मैं बहुत ज्यादा मैं इस लपक के उठा कि मैं हुण इन्होंने पूछना है बुजुर्गों कि तुसी कौन हो। जी जी। लेकिन वो मंजर गायब हो गया। जी जी। ਤੇ ਮੈਂ ਉਹਨਾਂ ਦਾ ਸੋਚਣਾ ਸ਼ੁਰੂ ਕੀਤਾ ਕਿ ਇਹ ਖੁਦਾ ਤਾਲਾ ਨੇ ਬਜ਼ੁਰਗਾਂ ਨੂੰ ਮੈਨੂੰ ਮਿਲਾ ਕਿ ਮੈਂ ਇਹਨੂੰ ਮਿਲਾਂ। ਜੀ ਜੀ। ਤੇ ਇਹਨਾਂ ਨੂੰ ਮੈਂ ਪੁੱਛਾਂ ਕਿ ਮੇਰੀ ਕੀ ਮੈਂ ਕਿੱਥੋਂ ਭਟਕੇ ਹਾਂ। ਜੀ ਜੀ। ਬਹਰਹਾਲ ਉਹਦਾ ਨਤੀਜਾ ਹੋਇਆ ਕਿ ਮੈਂ ਨਮਾਜ਼ਾਂ ਨੂੰ ਤਵੱਜਾ ਕੀਤੀ। ਜੀ ਜੀ। ਖੁਦਾ ਤਾਲਾ ਨੂੰ ਤਵੱਜਾ ਕੀਤੀ। ਜੀ ਜੀ। ਜਿਹੜੇ ਮੈਂ ਘਰਾਂ ਨੂੰ ਚਲਾ ਰਿਹਾ ਸੀ ਜਾਂ ਮੁਖਲਫਤ ਦਾ ਆਇਆ ਸੀ ਉਹ ਮੈਂ ਛੋੜ ਦਿੱਤਾ। ਜੀ ਜੀ। ਇਸੇ ਦੌਰਾਨ ਸਾਡੇ ਸਕੂਲ ਦੇ ਸਾਹਮਣੇ ਇੱਕ ਲੜਕੇ ਨੂੰ ਅਹਿਮਦੀ ਲੜਕੇ ਨੂੰ ਕੁਝ ਦੋਸਤ ਦੂਸਰੇ ਜਿਹੜੇ ਬੰਦੇ ਨੇ ਕਹਿ ਰਹੇ ਹੁੰਦੀ ਜੀ ਜੀ, ਉਹ ਕੋਈ ਗਾਲਾਂ ਗਲੋਚ ਕਰ ਰਹੇ ਸੀ, ਕੋਈ ਮਾਰ ਰਹੇ ਸੀ। ਜੀ ਜੀ। ਤੇ ਮੈਂ ਜਾ ਕੇ ਉਹਨੂੰ ਛੁਡਾਇਆ। ਮੈਂ ਕਿਹਾ ਕੌਣ ਹੋ ਤੁਸੀਂ? ਕਹਿੰਦੇ ਨਹੀਂ ਤੂੰ ਕੌਣ ਹੈ ਇਹਨੂੰ ਮਾਰਨ ਦੇ ਸਾਨੂੰ। ਜੀ ਜੀ। ਕਿਉਂਕਿ ਮੇਰੇ ਭਾਈ ਸਾਨੂੰ ਪਾਵਰਫੁਲ ਸਨ, ਉਹਨਾਂ ਦਾ ਡਰ ਵੀ ਆ ਸੀ। ਜੀ ਜੀ। ਤੇ ਉਹ ਮੁੰਡੇ ਦੌੜ ਗਿਆ ਨਾ ਮੇਰੇ ਦੁਕਾਨ ਨਾਲ। ਠੀਕ। ਤੇ ਉਹਨੂੰ ਮੈਂ ਕਿਹਾ ਚੱਲ ਹੁਣ ਜਾ, ਕੁਝ ਨਹੀਂ ਕਹਿੰਦੇ। ਜੀ ਜੀ। ਉਹ ਮੁੰਡਾ ਕਹਿੰਦਾ ਕਿ ਇਹਨਾਂ ਦੇ ਮੈਨੂੰ ਉੱਥੇ ਜਾ ਕੇ ਫਿਰ ਫੜ ਲੈਣਾ। ਅੱਛਾ। ਤੇ ਮੈਂ ਕਿਹਾ ਨਹੀਂ ਹੁਣ ਨਹੀਂ ਫੜਦੇ। ਉਹਨੇ ਕਿਹਾ ਨਹੀਂ। ਮੈਂ ਕਿਹਾ ਮੈਂ ਛੱਡ ਆਣਾ ਤੈਨੂੰ। ਉਹਨੂੰ ਮੈਂ ਘਰ ਛੱਡ ਆਇਆ ਤੇ ਉਹਦੇ ਚ ਹਿੰਮਤ ਪੈਦਾ ਹੋਈ। ਉਹ ਕਹਿੰਦਾ ਜੀ ਕੱਲ ਕੌਣ ਛੱਡ ਆਏਗਾ? ਅੱਛਾ। ਮੈਂ ਕਿਹਾ ਅੱਛਾ। ਇਸ ਤਰ੍ਹਾਂ ਕਰਕੇ ਉਹਨੂੰ ਮੈਂ 2-4 ਦਫਾ ਛੱਡ ਆਇਆ। ਤੇ ਉਹ ਮੇਰੇ ਲੇਕਿਨ ਜ਼ਹਿਨ 'ਚ ਹੈ ਸੀ ਕਿ ਮੈਨੂੰ ਜਿਹੜੇ ख्वाब 'ਚ ਬਜ਼ੁਰਗ ਆਉਂਦੇ ਨੇ ਇਹ ਮੈਨੂੰ ਕਿੱਥੋਂ ਲੱਭਣ। ਉਹ ਕੁਛ ਅਰਸੇ ਬਾਅਦ ਉਹਦੇ ਨਾਲ ਗੱਲ ਹੋਈ, ਉਹਦੇ ਮੈਂ ਬੈਠਾ ਸੀ, ਇੱਕ ਦਿਨ ਬਿਠਾਇਆ ਉਹਨੇ। ਜੀ ਜੀ। ਤੇ ਸਾਹਮਣੇ ਸੈਯਦਨਾ ਸਾਲਿਸ ਦੀ ਫੋਟੋ ਲੱਗੀ। ਅੱਛਾ। ਤੇ ਮੈਂ ਕਿਹਾ ਇਹ ਕੌਣ ਬਜ਼ੁਰਗ ਕੌਣ? ਤੇ ਉਹਨੇ ਕਿਹਾ ਕਿ ਇਹ ਸਾਡੇ ਖਲੀਫਾ। ਮੈਂ ਕਿਹਾ ਹੈ। ਜੀ ਜੀ।
ਇਹ ਤਾਂ ਸਾਡੇ ਪੀਰ ਸਾਹਿਬ ਨੇ, ਤੁਹਾਡੇ ਖਲੀਫਾ ਕਿਸ ਤਰ੍ਹਾਂ ਹੋ ਗਏ? ਅੱਛਾ। ਉਹਨੇ ਫਿਰ ਸਮਝਾਇਆ, ਉਹਨਾਂ ਦੇ ਅੰਦਰੋਂ ਬਾਜੀ ਆਏ, ਉਹਨਾਂ ਨੇ ਦੱਸਿਆ ਕਿ ਇਹ ਤੇ ਇਸ ਤਰ੍ਹਾਂ ਸਾਡਾ ਇੱਕ ਨਿਜ਼ਾਮ ਹੈ, ਪਰ ਮੁਸੀਬਤ ਸ਼ੀਫ ਲੈ ਆਏ ਨੇ ਹਜ਼ਰਤ ਇਮਾਮ ਮਹਿਦੀ, ਇਹ ਉਹਨਾਂ ਦੇ ਤੀਸਰੇ ਖਲੀਫਾ ਨੇ। ਜੀ ਜੀ। ਮੈਂ ਕਿਹਾ ਇਹਨਾਂ ਦੇ ਮੈਨੂੰ ਇਹ ਗੱਲਾਂ ਕਹੀਆਂ ਨੇ। ਜੀ ਜੀ। ਤੇ ਉਹ ਚੂੰਕਿ ਮੈਂ ਇਹ ਮੰਨਦਾ ਹੀ ਨਹੀਂ ਸੀ ਕਿ ਅਹਿਮਦੀ 'ਚ ਵੀ ਇਹ ਹੋ ਸਕਦਾ ਨਾ, ਇੰਨਾ ਵੱਡਾ ਪੀਰ ਹੋ ਸਕਦਾ। ਅੱਛਾ। ਉਹ ਫਿਰ ਘਬਰਾ ਗਏ, ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਗੁੱਸਾ ਲੱਗਿਆ। ਜੀ ਜੀ। ਉੱਥੇ ਫਿਰ ਉਹ ਮੁਹੰਮਦ ਅਹਿਮਦ ਸਾਹਿਬ ਨਹੀਂ ਮੁਰੱਬੀ ਸਿਲਸਿਲਾ ਸਨ, ਨਾਲ ਹੀ ਮਸਜਿਦ ਤੇ ਘਰ ਸੀ ਉਹਨਾਂ ਦਾ। ਜੀ ਜੀ। ਉਹ ਮੈਨੂੰ ਉੱਥੇ ਲੈ ਗਿਆ ਤੇ ਮੁਹੰਮਦ ਅਹਿਮਦ ਸਾਹਿਬ ਨਈਮ ਨੇ ਪਹਿਲੇ ਮੇਰੀ ਸਾਰੀ ਗੱਲ ਸੁਣੀ, ਫਿਰ ਬੜੀ ਤਫਸੀਲ ਨਾਲ ਮੈਨੂੰ ਜਮਾਤ ਦਾ ਤਾਰਫ ਕਰਾਇਆ। ਜੀ ਜੀ। ਉਹਨਾਂ ਕਿਹਾ ਅਸੀਂ ਇਹ ਫੋਟੋ ਨਹੀਂ ਚੁਰਾਈਆਂ, ਇਹ ਸਾਡੀ ਕਿਤਾਬਾਂ 'ਚ ਉਹਨਾਂ ਨੂੰ ਦਿਖਾਈਆਂ ਰਸਾਲਿਆਂ ਕਿ ਇਹ ਅਸੀਂ ਫੋਟੋਆਂ ਲੱਗੀਆਂ, ਅਸੀਂ ਕਿੱਥੋਂ ਚੁਰਾ ਸਕਦੇ ਹਾਂ। ਜੀ ਜੀ। ਤੇ ਉਹ ਮੈਂ ਫੋਟੋ ਦੇਖੀਆਂ ਤੇ ਮੈਂ ਬਹੁਤ ਜ਼ਿਆਦਾ ਮੁਤਅਸਰ ਹੋਇਆ। ਜੀ ਜੀ। ਤੇ ਮੈਂ ਕਿਹਾ ਜੀ ਮੈਨੂੰ ਸੋਚਣ ਦਿਓ, ਮੈਂ ਇਹ ਕੀ ਕਿਹਾ। ਸੋਚਦਾ ਰਿਹਾ, ਮੈਂ ਮਜ਼ੀਦ ਕਿਤਾਬਾਂ ਪੜ੍ਹੀਆਂ ਤੇ ਉਹਨਾਂ ਮੈਨੂੰ ਕਿਸ਼ਤੀ ਨੂਹ ਦਿੱਤੀ ਕਿ ਇਹ ਤੇਰੇ ਵਾਸਤੇ ਬਿਹਤਰੀਨ ਕਿਤਾਬ ਹੈ। ਜੀ ਜੀ। ਉਹ ਪੜ੍ਹੀ, ਫਿਰ ਮੈਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਅਸੀਂ ਤੈਨੂੰ ਤਬਲੀਗ ਨਹੀਂ ਕਰ ਰਹੀ। ਜੀ ਜੀ। ਜਿਹੜੀ ਜ਼ਾਤ ਤੈਨੂੰ ਇਸ ਪਾਸੇ ਲਿਆ ਰਹੀ ਨਾ, ਤੂੰ ਉਹਦੇ ਕੋਲ ਮੰਗ। ਜੀ ਜੀ। ਤੇ ਉਹ ਇੱਕ ਦਿਨ ਮਸਜਿਦ ਬੈਠੇ ਸੀ, ਮੇਰਾ ਬਾਕੀ ਸਾਰੇ ਜਿਹੜੇ ਫਿਰਕੇ ਸਨ ਆਪਣੇ ਦੂਸਰੇ ਸੁੰਨੀ ਫਿਰਕੇ, ਉਹਨਾਂ ਤੋਂ ਮੇਰਾ ਦਿਲ ਚੱਲ ਗਿਆ। ਜੀ ਜੀ। ਤੇ ਮੇਰਾ ਦਿਲ ਇਹੀ ਕਰਦਾ ਸੀ ਮੈਂ ਮਸਜਿਦ ਅਹਿਮਦੀਆ ਜਾ ਕੇ ਬਹਿ ਜਾਵਾਂ। ਜੀ ਜੀ। ਖੁਦਾ ਦੀ ਇਬਾਦਤ ਕਰਾਂ। ਉਹ ਇੱਕ ਰਾਤ ਮੈਂ ਉੱਥੇ ਬੈਠਾ, ਉਹਨੇ ਮੈਨੂੰ ਸਿਖਾਇਆ ਕਿ ਤੂੰ ਖੁਦਾ ਦਾ ਗੁਰੂ ਕਿਸ ਤਰ੍ਹਾਂ ਮੰਗਣਾ ਹੈ। ਜੀ ਜੀ। ਤੇ ਤਰੀਕਾ ਉਹਨਾਂ ਦੱਸਿਆ, ਤੂੰ ਇਸਤਿਖਾਰਾ ਕਰ, ਅੱਲਾ ਮੀਆਂ ਤੈਨੂੰ ਖੁਦ ਹੀ ਸਮਝਾ ਦੇਗਾ। ਜੀ ਜੀ। ਉਹ ਮੈਂ ਮਸਜਿਦ ਬੈਠਾ ਵਾਂ, ਮੇਰਾ ਆਪ ਦੇ ਸਾਹਮਣੇ ਥੋੜਾ ਜਿਹਾ ਖੱਬੇ ਪਾਸੇ ਜੀ ਜੀ ਸਾਹਮਣੇ ਦੇਖਣਾ ਵਾ ਤੇ ਉਹ ਜਿਹੜੀ ਦੀਵਾਰ ਹੈ ਉਹ ਸ਼ੱਕ ਹੋ ਜਾਂਦੀ ਹੈ। ਅੱਛਾ। ਤੇ ਉਹ ਜਦੋਂ ਦੀਵਾਰ ਹੋਈ ਸ਼ੱਕ ਤੇ ਸਾਹਮਣੇ ਉਹ ਸਫੈਦੀ ਹੋਈ, ਇੱਕਦਮ ਚਾਨਣਾ ਹੋਇਆ। ਜੀ ਜੀ। ਤੇ ਮੈਂ ਦੇਖਿਆ ਕਿ ਸਾਹਮਣੇ ਹਜ਼ਰਤ ਮਸੀਹ ਮੌਦ ਤਸ਼ਰੀਫ ਲਿਆਏ ਨੇ। ਮਾਸ਼ਾਅੱਲਾ। ਇਹ ਫੋਟੋਆਂ ਜਦੋਂ ਮੈਂ ਹੁਲੀਰ ਦੱਸੇ ਸਨ, ਫਿਰ ਉਹਨਾਂ ਨੇ ਮੈਨੂੰ ਦਿਖਾਈਆਂ ਕਿ ਉਹ ਬਜ਼ੁਰਗ ਨੇ। ਜੀ ਜੀ। ਤੇ ਉਹਨਾਂ ਦੇ ਪਿੱਛੇ ਸਈਦਨਾ ਹਜ਼ਰਤ ਖਲੀਫਾ ਮਸੀਹ ਅਵਲ ਨੇ। ਅੱਛਾ। ਉਹ ਸਾਹਮਣੇ ਇਸ਼ਾਰਾ ਕਰਕੇ ਫਰਮਾਉਂਦੇ ਨੇ ਕਿ ਮਸੀਹ ਮਾਦੀ ਮੌਦ ਜਿਹੀ ਹੈ। ਤੇ ਮੈਂ ਸੋਚਿਆ, ਮੈਂ ਕਿਹਾ ਮੈਨੂੰ ਪਹਿਲੇ ਤੇ ਮਹਿਦੀ ਦੱਸਿਆ ਸੀ, ਇਹ ਇੱਕ ਸ਼ਖਸ ਦੋ ਕਿਸ ਤਰ੍ਹਾਂ ਹੋ ਸਕਦੇ ਨੇ। ਜੀ ਜੀ। ਪਿੱਛੇ ਸਈਦਨਾ ਹਜ਼ਰਤ ਖਲੀਫਾ ਮਸੀਹ ਸਾਨੀ ਸਨ। ਜੀ ਜੀ। ਤੇ ਉਹ ਮੇਰੇ ਵੱਲ ਦੇਖਦੇ ਨੇ ਤੇ ਫਰਮਾਉਂਦੇ ਨੇ ਕਿ ਅਭੀ ਤੱਕ ਆਪਕੋ ਯਕੀਨ ਨਹੀਂ ਹੁਆ। ਮੈਂ ਸਰ ਉਠਾ ਕੇ ਦੇਖਿਆ ਤੇ ਹਜ਼ੂਰ ਫਰਮਾਉਂਦੇ ਨੇ ਕਿ ਅਜੇ ਤੈਨੂੰ ਯਕੀਨ ਨਹੀਂ ਹੋਇਆ। ਜੀ ਜੀ। ਪੰਜਾਬੀ ਚ ਉਹਨਾਂ ਨੇ ਦੱਸਿਆ ਤੇ ਮੇਰੇ ਜਿਸ ਤਰ੍ਹਾਂ ਨਾ ਇੱਕਦਮ ਬਿਜਲੀ ਭਰ ਗਈ ਨਾ, ਕੀ ਜੋ ਲਫ਼ਜ਼ ਇਤਨੇ ਬਾਰੋਬ ਸਨ। ਜੀ ਜੀ। ਕਿ ਮੈਂ ਇਹੀ ਕਹਿੰਦਾ ਸੀ ਕਿ ਮੈਂ ਹੁਣ ਆਵਾਜ਼ ਚੀਕਾਂ ਨਹੀਂ ਨਿਕਲੀ, ਲੇਕਿਨ ਬਾਕੀ ਸਭ ਕੁਝ ਹੋਇਆ। ਤੇ ਉਹਨਾਂ ਦੇ ਪਿੱਛੇ ਦੇਖਿਆ ਸਈਦਨਾ ਹਜ਼ਰਤ ਖਲੀਫਾ ਮਸੀਹ ਸਾਲਿਹ ਤਸ਼ਰੀਫ ਫਰਮਾਨ ਸਾਹਮਣੇ ਆ ਰਹੇ। ਜੀ ਜੀ। ਮੈਂ ਦੇਖਿਆ ਉਹਨਾਂ ਤੇ ਮੇਰੀ ਇੱਕਦਮ ਕਿ ਬਰਦਾਸ਼ਤ ਨਹੀਂ ਹੋਇਆ, ਮੇਰਾ ਦਿਲ ਕਿਦਾਂ ਮੈਂ ਉੱਠ ਕੇ ਇਹਨਾਂ ਦਾ ਹੱਥ ਪਕੜਾਂ। ਜੀ ਜੀ। ਪਰ ਖੁਦਾ ਤੋਂ ਇਹਨਾਂ ਨੂੰ ਤਾਕਤ ਦਿੱਤੀ, ਮੁੱਠ ਹੱਥ ਉਹਨਾਂ ਨੇ ਜਦੋਂ ਹੱਥ ਪਕੜਿਆ, ਹਜ਼ੂਰ ਫਰਮਾਉਂਦੇ ਨੇ ਕਿ ਅਭੀ ਤੱਕ ਆਪਕੀ ਉਸਨੇ ਦੂਰ ਨਹੀਂ। ਜੀ। ਅਭੀ ਤੱਕ ਆਪਕੀ ਭਟਕ ਦੂਰ ਨਹੀਂ ਹੋਈ। ਮੈਂ ਜਿਸ ਤਰ੍ਹਾਂ ਹੱਥ ਮੇਰਾ ਨਾ ਇੱਕ ਰੂਈ ਦੇ ਗਾਲੇ में ਰੱਖਤਾ ਨਾ, ਇਤਨਾ ਨਰਮ ਮੁਲਾਇਮ ਹੱਥ ਹਜ਼ੂਰ ਦਾ। ਜੀ। ਉਹ ਜਦੋਂ ਵੇਖਿਆ ਤੇ ਉਹ ਮੰਜ਼ਰ, ਉਸ ਤੋਂ ਬਾਅਦ ਮੈਨੂੰ ਨੀਂਦ ਆਈ। ਠੀਕ। ਸੋ ਗਿਆ ਮੈਂ, ਬੜਾ ਗਹਿਰਾ ਸੁਪਨਾ। ਮੌਲਵੀ ਸਾਹਿਬ ਮੁਹੰਮਦ ਮੌਲਵੀ ਸਾਹਿਬ ਫਰਮਾਉਂਦੇ ਨੇ ਕਿ ਮੈਂ ਤੇਰੀ ਇਹ ਹਾਲਤ ਦੇਖ ਰਿਹਾ ਸੀ। ਜੀ ਜੀ। ਤੇ ਅਸੀਂ ਤੈਨੂੰ ਨਹੀਂ ਉਠਾਇਆ। ਠੀਕ। ਫਜਰ ਦੀ ਨਮਾਜ਼ ਵੀ ਲੇਟ ਪੜ੍ਹੀ। ਬਾਅਦ ਚ ਜਦੋਂ ਉਹਨਾਂ ਨੂੰ ਮੈਂ ਸਾਰਾ ਦੱਸਿਆ, ਜੀ ਜੀ, ਉਹਨਾਂ ਨੇ ਫਿਰ ਮੈਨੂੰ ਫੋਟੋਆਂ ਵਿਖਾਈਆਂ ਕਿ ਇਹ ਬਜ਼ੁਰਗ ਸਾਡੇ, ਇਹ ਨਿਜ਼ਾਮ ਹੈ। ਜੀ ਜੀ। ਤੇ ਇਹ ਤੈਨੂੰ ਖੁਦਾ ਤਾਲਾ ਨੇ ਹੁਣ ਤੇਰੇ ਵਾਸਤੇ ਕੋਈ ਇਖਵਾਨ ਹੁਜਤ ਨਹੀਂ ਰਹਿ ਗਈ, ਹੁਣ ਬੈਅਤ ਕਰ ਲੈ। ਜੀ ਜੀ। ਲੇਕਿਨ ਬਾਅਦ ਜਿਹੜੇ ਦੋਸਤ ਅਹਿਮਦੀ ਦੋਸਤਾਂ ਨੂੰ ਮੇਰੀ ਸਾਬਕਾ ਮੁਖਾਲਫਤ ਦੀ ਵਜ੍ਹਾ ਤੋਂ ਮੇਰੀ ਬੈਅਤ ਤੋਂ ਕਤਰਾ ਰਹੇ ਸਨ। ਜੀ ਜੀ। ਲੇਕਿਨ ਮੈਂ ਸੀ ਕਿ ਮੈਂ ਨਹੀਂ, ਮੈਂ ਬੈਅਤ ਕਰਨੀ। ਜੀ ਜੀ। ਬਹਰਹਾਲ ਉਹ 6/6/78 ਇਹ ਮਹੀਨਾ ਜੂਨ ਦਾ ਮਹੀਨਾ ਸੀ, ਤਰੀਕ ਵੀ ਯਾਦ ਜੀ। ਉਸ ਦਿਨ ਉਹਨਾਂ ਨੇ ਮੇਰੀ ਰਿਟਨ ਬੈਅਤ ਲਈ। ਜੀ ਜੀ। ਤੇ ਮੈਂ ਬਜ਼ਿਦ ਸਾਂ ਕਿ ਮੈਂ ਹਜ਼ੂਰ ਨੂੰ ਨਾ ਦਸਤੀ ਬੈਅਤ ਕਰਨੀ। ਜੀ ਜੀ। ਚੁਨਾਚੇ ਉਹਨਾਂ ਨੇ ਫਰਮਾਇਆ ਕਿ ਉਹ ਇੱਕ ਵਕਤ ਹੁੰਦਾ ਖਲੀਫਾ ਵਕਤ ਕੋਲ ਜਾਣਾ ਬੈਅਤ ਕਰਨੀ, ਲੇਕਿਨ ਮੈਂ ਖਤ ਲਿਖੇ ਤੇ ਹਜ਼ੂਰ ਨੂੰ ਮਿਲਿਆ, ਮੁਲਾਕਾਤਾਂ ਹੋਈਆਂ, ਲੇਕਿਨ ਉਹ ਚੂੰਕਿ ਬੈਅਤ ਵਾਸਤੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ। ਜੀ ਜੀ। ਔਰ ਫਿਰ 2/2/79 ਨੂੰ ਹਜ਼ੂਰ ਨੇ ਅਜ਼ਰਾਏ ਸ਼ਫਕਤ ਬੁਲਾ ਕੇ ਮੇਰੀ ਦਸਤੀ ਬੈਅਤ ਲਈ। ਅੱਛਾ, ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਫਿਰ
ਜਦੋਂ ਮੈਂ ਵਾਪਸ ਆਇਆ ਕੋਟੂਮਨ ਆਇਆ تو میری کیفیت ہی اور ہو گئی سی بدل گئی سی جی جی لیکن جدوں ویکھیا لوکاں نوں پتہ لگا کہ احمدی ہے جی جی تو مزہی ہو گیا انہوں نے میرے پیچھے وہ باش منڈے لا دینے ٹھیک گالیں گلوچ گرو تنگ روزانہ ہی کوئی ایسا دن نہیں آنا کہ جدوں مار نہیں پینی جی جی پھر ہویا کہ میں بہت زیادہ اتنے مخالفت شروع ہو گئی تنگ ہو گیا گھردیاں نے بہت زیادہ تنگ کرنا شروع کیتا جی جی پھر مینوں 79 گیا روا جلسہ تے ٹھیک اس وقت سیدنا حضرت خلیفۃ مسیح رابع اس وقت حضرت میاں صاحب سن جی جی انہاں دی تلاوت لگی سی للہ ما فی السماوات ما فی الارض وہ میں سنی تو میں بہت ہی میرا دل میں کہ حضور کہ خدا کرے کہ میں اس شخص دا قریب ہوا میں ملن دی توفیق ملے جی جی پتہ کیتا تے لوگوں نے دسیا کہ حضور اتنے ہوندے ناظم ارشاد ہیں جی جی لطفی الدین انچارج ہیں جی جی تے میں اتھے ہی سا میرا یہ ہوندا سی کہ ربا ٹوٹ جاندا سا جی جی جلسیاں تے ہفتہ پہلے ہفتہ بعد وقارے میں ڈیوٹی ہوندی سن میری منیر احمد عابد صاحب دے نال ڈیوٹی ہوندی سی اچھا وہ اس لیے نادر اصلاح شاد نے جی جی تے میں اجے تک روا ہی سا تے مینوں کوٹومن دی جماعت دی طرفوں خط آیا صدر صاحب دا کہ تسی اتنے وقف جدید جانا جی جی مولا امین کا کورس کر کے آنا جی جی جماعت کوٹومن کی نمائندگی کرنی جی جی میں اتنے پہنچیا اتنے ملک خالد مسعود صاحب ملے جی جی تے انہوں نے میرا وہ پہلے تو جانتے سن جی لیکن اس حوالے نال نہیں کہ میں احمدی ہوں اس علاقے کی وجہ سے جی جی جتنے تو منگڑیل رہتے سن ٹھیک انہوں نے مینوں ملایا حضور نال حضرت خلیفۃ مسیح رابع نال جی جی جدوں ملیا تو میری تو وہ حالت ہی اور سی حضور نے مل کے کیونکہ انہوں کی تلاوت سن کے میں بہت زیادہ ایکسائٹیڈ سا کہ میں خدا کا شکر ادا کیتا کہ میری دعا اتنی جلدی قبول ہو گئی میں حیران ہوا ماشاء اللہ حضور نے ایک مینوں ایسا لفظ میرے واسطے کہا کہ میں ہن بھی سوچ کے میں کہنا کہ ساڈی اوقات کی حضور فرمایا کہ آپ کا جب دل چاہے میرے کمرے میں آ جائے گا ماشاء اللہ جب بھی ملنا ہو ماشاء اللہ تو بہرحال وہ 3 مہینے کا کورس تھا بعد میں انہوں نے بڑھا دیا تھوڑا سا اور جی جی تو اسی دوران میں وہاں زیارت بھی ہو جاتی تھی حضرت خلیفۃ المسیح کی وقتاً مل جاتے جی جی اور حضور کے پاس رہے یہ مولامین کا کورس میری زندگی کا بہت زبردست ایک پیریڈ تھا پھر بعد میں جب اس لیے ضروری تھا کہ میں چاہتا تھا جماعت کا علم میرے پاس ہو اگر میں احمدی ہوا ہوں تو مجھے پتا ہو کہ میں کیوں احمدی ہوا ہوں بالکل خالی لوگ نہیں مانتے کہ خواب کیا ہے یا کیا ہے جی جی بندے کو پتا ہو تو وہاں جا کے میں نے جو ہے بہت کچھ سیکھا شکر خدا کا اور پھر آ کے فیلڈ میں نے منیر احمد عابد کے ساتھ مل کے تبلیغی کاموں میں حصہ لیا ماشاء اللہ اچھا اب میں نے کہا اب میں بھی کچھ آپ سے پوچھوں میں آرام سے اس لیے پہلے آپ کی بات سنی کہ ہمارے جو دیکھنے والے وہ کہتے جی آپ سوال پہ سوال کرتے ہیں تو میں اب چینج کیا اپنے آپ کو نا کیونکہ ہم لوگ بھی وقت لگتا ہے اچھا یہ بتائیے آپ نے کہا کہ میں جماعت احمدیہ کے جو لوگ مخالف تھے ان کی ٹیم میں شامل تھا تو آپ کو اس وقت احساس نہیں ہوتا تھا کہ یہ لوگ ان کی ہمیں تو اسلام بھی اس کی اجازت نہیں دیتا کہ کسی کے گھر کو جلا دو یا کسی کی دکان کو نقصان دو وہ اس لیے کہ ہمیں جو بتایا جاتا ہے مولویوں کی طرف سے کہ مرزا صاحب نے اس وقت جو مولوی کہتے ہیں کہ انہوں نے حضرت محمد صلی اللہ علیہ وسلم کا نام لیا ہوا ہے اچھا جب یہ کلمہ پڑھتے ہیں لا الہ الا اللہ محمد رسول اللہ تو محمد سے مراد مرزا صاحب ہے اچھا یہ ایک جذبات کے ساتھ جو ہے آدمی ہمارا جو ہے جاہل قوم جو ہے وہ جذباتی ہو جاتی ہے بغیر سوچے سمجھے کہ سرور دو عالم کی عزت و ناموس کے لیے ہم کچھ بھی کریں گے جی جی تو وہ کہتے ہیں کہ یہ ان کو حق پہ انہوں نے ڈاکہ مارا ہوا ہے ان کا نام لیا ہوا ہے اس لیے یہ ہمیں غصہ تھا نہیں لیکن پھر بھی نبی پاک صلی اللہ علیہ وسلم نے تو کبھی کسی کو یہ فرمایا نہیں تھا کہ کسی کے گھر کو آگ لگا دو جا کے بس یہ وہ ملا ہے نا اس کے باتیں سن کے تو اس وقت جنگ تھے آپ اس وقت عمر 17 سال عمر تھی میری ہاں جی اس کا مطلب یہ ہے کہ اس وقت سمجھ بھی نہیں تھی جی جی صحیح بات تو یہ بتائیے سر کہ آپ جب ان کے ساتھ جاتے تھے کہیں پہ جی آگ لگانے یا کسی غلط کام کے لیے
تو وہ جتنے لوگ تھے ان میں سے کوئی بھی عقل مند نہیں تھا جو کہتا ہوگا کہ نبی پاک صلی اللہ علیہ وسلم کی یہ تعلیم نہیں ہے؟ اصل میں وہ ایک جلوس ہوتا تھا جو میں نے بھی بعد دفعہ آگے جا کے ان کی لیڈری بھی کی ہے، نعرے بھی لگائے ہیں سامنے جا کے. اچھا. تو وہ جو ہمارے جو بڑے ہوتے تھے اسٹوڈنٹ جو سینئر کلاسوں کے، تو وہ آگے جا کے نعرے لگاتے تھے. مثال کے طور پر ایک کہتا ہے کہ جانو مالو آبرو حاضر ہے محمد صلی اللہ علیہ وسلم کی راہ میں، تو کسی کو آگ لگا دو جا کر، تو پیچھے ان کی آگ لگا دیتے تھے. اور وہاں ایک ہمارے مولوی تھے عباس شاہ نام ان کا، تو ان کی تقریریں ہم سنتے تھے. وہ کہتے ہیں کہ میں نے وہ تقریریں ٹیپ بھی کی ہوئی ہیں، تو وہ کہتے ہیں کہ اب مسلمان تو اتنا بے غیرت ہو گیا اور تیرے سامنے مرزائی دندناتے پھر دن اور میرے ہاتھ بھی تلوار ہوئے اور میں مرزائیاں دے ڈکرے کراں، میں ایک مرزائی نو ماراں اور میں 10 شہیداں دا رتبہ پاواں. اس قسم کے جو خیالات، اس قسم کی تقریر سن کے بڑی وہ لہر میں جو تقریریں کرتے ہیں. تو ہم نے ان ملا کا حشر دیکھا ہے، بعد میں وہ اپنے ذلیل ہوئے ہیں، ان کے اپنے اولاد کے ہاتھوں ذلیل ہوئے ہیں. تو وہ دور تھا جب یہ مولوی ایسی تقریریں کرتے تھے کہ آدمی کے جذبات سے کھیلتے تھے. اچھا، آپ کہہ رہے ہیں کہ پیر فقیر جو لوگ تھے ان کو آپ مانتے تھے، مگر آپ نے کبھی اس پہ ریسرچ نہیں کی تھی کہ یہ لوگ تو کچھ بھی نہیں دے سکتے، صرف خدا تعالیٰ کی ذات ہی ہے جو کسی کی مدد کرے؟ وہ بڑا ہی دلچسپ واقعہ ہے میرا کہ ہمارے پیر آتے تھے تو ہم وہ ایک چارپائی پہ بٹھاتے تھے، باقی سب ہم نیچے بیٹھتے تھے. اچھا. عزت پیر صاحب کو عزت دی جاتی. تو وہ تعویذ لکھ رہے تھے، تو میرے پاس اس وقت ایک بڑا اچھا پین تھا، بارکت کا پین، اس کو 150 روپے تھا، بڑا مہنگا پین تھا اس وقت. تو وہ پیر صاحب نے دیکھا تو وہ کہتے ہیں بچوں یہ پین دے میں تعویذ لکھنا. اچھا. تو میں ابا جی نے کہا کہ میں پڑھنا ہوتا تینوں تو میرا پین ان کو نہ لون. ابا جی کہتے ہیں کہ انہوں نے میں ڈانٹیا کہ نہیں تو پیر دی نافرمانی کی تھی، تو دے پین، تو انہوں نے تعویذ لکھ کے دے دینا. اچھا. میں کہتے نہ دیتا تو پھر کہتے نہیں یہ ہو نہیں سکتا. وہ پیر صاحب مینوں پتا سی پین لے کے تے نال ہی چلے گئے. اچھا. میں انہوں نے چنگیاں سنائیاں تو انہوں نے میری شکایت کی تھی پیر صاحب اگے کہ وہ تسی پین لے وہ مینوں یاد نہیں رہا. اچھا. تو پھر وہ ابا جی نوں کہنا کہ ایک وقت آئے گا کہ تہاڈا جڑا چھوڑ ہے یہ تہاڈے ہاتھوں نکل جاسے. پیر صاحب نے دس پیر صاحب نے پہلے دس انہیں پین دی قربانی نہیں دیتی. ہاں جی جی. وہ ابا جی اب وہ جب سوچتے تھے انہوں نے کہتے نہیں تینوں تو پیر دی بددعا ہے. ہاں جی. اچھا تو تسی یہ دیکھو تسی گل کیتی کہ اسی تھلے بہندے سی تے پیر نوں کہندے سی اوتے بیٹھ جاؤ. جی جی. اچھا، یہ میں کئی بھی سوچنا کہ غریب لوگ نے مولوی نوں ودیا روٹی کھوان کے زردہ پلا تے آپ دال روٹی کھان گے. بالکل. ہیں جی. صحیح بات. اچھا، یہ چلو تسی بڑی مزیدار گل سنائی پیر صاحب دی کہ انہیں بھی دس دتا کہ بچہ چل جائے گا تہاڈے ہاتھوں نکل جائے گا. لیکن یہ دسو کہ تانوں جدوں پتہ چل گیا کہ ایم جی ٹھیک ہے سب خیریت ہے میں صحیح رستے تے گیا، پھر تسی دعا بھی کیتی بڑی اپنے لیے؟ جی بہت دعا. اچھا. وقت کیسا سی دعا نہیں گزرتا سی. جی جی. اچھا، پھر مخالفت دسو کہ جدوں تسی گئے تے والدین دا کی سی پھر رویہ تہاڈے نال؟ والدین اس طرح نہیں سی، گالاں میرا ہوندیاں سن، بھائی مارتے سن. اچھا. لیکن جدوں باہروں میں تبلیغ کردا سن لوکاں نوں جی جی تے پھر وہ ساڈے گھر دے پنجابی کہندے علماء لے کے آندے سن مولوی. اچھا. کہ تہاڈا چھوڑ تے نکل گیا تھو لیکن باقی نے بدلا کرن دے. اچھا. اس وجہ تو پھر گھر دے زیادہ مخالفت کرتے سن. ٹھیک. لیکن بعد دے وچوں جدوں تسی بیعت کر لی ایم جی ہو گئے تے تہاڈی شادی ظاہر ہوئی احمدیہ دے وچ ہی؟ نہیں. ہاں جی. میری شادی چونکہ پہلے تو طے سی. اچھا. میرے چاچے دے گھر طے سی میری شادی. جی جی. تے میں آ گیا سا اس وجہ تو کہ میں مطلب شادی دے چکر وچ نہیں پڑنا. ساڈے خاندان شادی بڑی جلدی کر دیندے نے. ٹھیک. اور میں روا سا تے جس طرح بندہ ناراض ہو کے آ جاندا ہے جی جی اس طرح پھر میرا بھائی مینوں پیچھے لین آ گیا روا چ. اچھا. اور وہ میں پھر حضرت صاحب نے پوچھا اسی رابعے نوں کہ میں اس صورت میں کی کراں. جی جی. حضور نے فرمایا کہ آپ حضور نے فرمایا کہ میرا خیال ہے آپ شادی کر لیں لیکن آپ اپنے مائی باپ سے پوچھ لیں. اچھا. میں کہ حضور وہ تو یہی چاہتے ہیں کہ نہیں جو یہاں بیٹھے ہیں. ان کا اشارہ حضرت ثالث کی طرف تھا. اچھا. تو چنانچہ میں پھر حضور کی خدمت میں پیش ہوا اور اجازت کے لیے پوچھا شادی کے لیے. تو حضور فرماتے ہیں کہ آپ ہمارے ہو، آپ کہیں نہیں جاؤ گے. اچھا. شادی کر لیں.
अच्छा, शादी कर लें उनको भी ले आओगे, लेकिन हमें यकीन है कि आप कहीं नहीं जाओगे। आप नहीं जाओगे। जब उन्होंने पूछा कि मैंने कहा हुजूर वो तो चाहते हैं कि अगर मेरी शादी हो जाए तो मैं उधर चला जाऊंगा वापस। जी जी। तो हुजूर ने फरमाया कि नहीं, आप शादी बेशक करो और उनको वो भी हो जाएगी। फिर बेगम अहमदी हो गई थी। अच्छा, जल्दी होगी, समझ आ गई। फॉर्म फिल करके रखा हुआ था। अच्छा माशाअल्लाह। वो पहले अहमदी हुई अहमदी। ਅੱਛਾ हाँ जी। ਤੇ ਇਹ ਫਿਰ ਬੇਗਮ ਦੇ ਜਿਹੜੇ ਘਰ ਦੇ ਉਹਨਾਂ ਨੇ ਨਹੀਂ ਕਿਹਾ ਕਿ ਤੁਸੀਂ ਕੰਮ ਕਰ ਲੈ? नहीं, अच्छा। बस वो थोड़ा सा वहाँ रहे, अच्छा तो उसके बाद फिर हम इस्लामाबाद चले गए। ठीक। तो इस्लामाबाद ज़ाहिर है वो कोरोन में थे, तो इस्लामाबाद का और माहौल है। जी जी। तो वहाँ फिर उसके बाद ये सारे दोस्त यार इधर आना शुरू हो गए जर्मनी में, और FIA में मेरी मुखालफत इतनी ज़्यादा बढ़ गई थी तबलीग की वजह से अच्छा कि इंक्वायरियाँ शुरू हो गई। जी जी। तो मेरे खिलाफ दरखास्तें आ गई। जी जी। फिर ज़ियाउल हक ने कानून बनाया था हाँ, कि 84 दफ्तरों के अंदर अच्छा। नमाज बाजमात होंगी। जी जी। तो वो कोई मौलवी, लेकिन ज़ाहिर है मैं तो उनके पीछे नमाज नहीं पढ़ सकता था। जी जी। तो फिर वो शिकायतें जब उन्होंने मुझसे पूछना तो मैंने बताना किसी से नहीं पढ़ता। जी जी। तो वो कहते हैं मैंने तबलीग करता है। जी जी। तो फिर मेरी इंक्वायरी हुई तो वहाँ एक हमारे DSP से उन्होंने मुझे बुलाया, वो मजहबी आदमी थे। जी जी। और उनके साथ जब बहस शुरू हुई तो मुझे कहते हैं कि आप पहले तो उन्होंने कहा कि वापस आ जाओ ना जी अहमदी जी। से। तो जब वो दलाइल से मुझे हरा न सके, मैंने उनको कुरान मजीद से साबित किया सदाकत मसीह मोहम्मद पे। मैं कहा कोई मौजू ले लो, अजरा नबूवत पे ले लो, वफात हयात मसीह पे ले लो, कोई मौजू ले लो, मेरे से बात करें। जी जी। तो वो कहते हैं उनके रिमार्क्स थे मेरे मुतल्लिक कि ही इज़ वेरी वेल नोन ऑफ इस्लाम, ही इज़ वेरी वेल नोन ऑफ कुरान, कि हम इसको शिकस्त नहीं दे सकते, सिर्फ हम इसको तंबीह कर सकते हैं। जी जी। और फिर उन्होंने मेरी फाइल में लिखा कि ये नेक आदमी है और इसको जब छेड़ते हैं तो ये आगे से बोलता है, हाँ जी। बेहतर इसको ना छेड़े, ना छेड़े। इसको जब छेड़ोगे तो वो बोलेगा आगे जी। से। मेरे सब सवाल करते हैं कि तुमने हज़रत मसीह मौऊद इस्लाम को क्यों माना है? जी जी। तो मैंने अब बताता हूँ कि मैंने इस वजह से माना है, जी जी। सच्चे हैं। जी जी। तो फिर वो बहस का सिलसिला शुरू होता है, तो वो समझते हैं कि हमें तबलीग करता है। जी जी। अच्छा, तो ये बताइए जर्मनी जब आप आए यहाँ पे तो अब माशाल्लाह आपके बच्चे वगैरह उनके बारे में बताएं हमारे नाजरीन को। जी मेरे इधर आए फिर बच्चों को 2 बच्चियां मेरी इधर हैं। जी जी। 2 पाकिस्तान में हैं। अच्छा। तो मेरी जब मैं इधर तो केस मेरा पास नहीं होता तो मैं वहाँ से स्पेन चला गया। जी जी। वहाँ मैं कुछ अर्सा रहा हूँ तो 2 हफ्ते में मेरा वहाँ केस पास हो गया। अच्छा। तो वो मैंने बेगम को खुशी से बताया कि मेरा केस पास हो गया। अगले दिन की मैंने फ्लाइट ले ली। जी जी। 2 दिन के बाद भी तो बेगम ने जो एक 10 साल में इधर रहा था तो एकदम जो उसने सुना तो वो दिल की कमजोर थी, तो उसको एकदम वो खुशी जो है हजम न हो सकी, तो उसको हार्ट अटैक हो गया। ओहो। और वो उसी रात अल्लाह को प्यारी हो गई। अच्छा। और फिर मैंने तो उसी प्रोग्राम के जाना था, मैं और पाकिस्तान गया। तो जी जी। बच्चे बारह मेरी बच्चियां थी, 4 बेटियां मेरी हैं। अच्छा। और फिर एक दफा मैं गया, फिर अगले साल फिर गया, फिर 2 बेटियों की शादी की। जी जी। एक जो है वो मेरा छोटा भाई उसका खानदान अहमदी था और एक मेरे बड़े भाई के बच्चे अहमदी हो गए थे। अच्छा माशाल्लाह। और फिर जो बच्चों की खाला थी उसके बच्चे अहमदी हो गए थे। ठीक। फिर एक वहाँ शादी की, जी जी। एक अपने मेरा बड़ा भाई उसके बेटे के साथ की। वो सारे ये आपने तबलीग की उनको? जी। माशाल्लाह। और लोगों को भी तबलीग की? कितने अहमदी किया आपने? तबलीग तो अहमदी तो किए हैं काफ़ी सारे। इधर हम फिर वहाँ होती थी तबलीग लोग की, जी जी। बहस करते थे जी जी। पाकिस्तान में। जी जी। लेकिन वो डर जाते थे, कहते हम ठीक है अहमदी हैं लेकिन हम शो नहीं करते, अच्छा। ज़्यादा बैत नहीं करते। जी जी। तो यहाँ जर्मनी आके फिर ये सिलसिला शुरू किया तबलीग का। ठीक। तो एक दफ़ा बड़ा दिलचस्प वाक़या मैं सुनाऊंगा जी जी प्लीज। कि हम मेरे नाज़िम साहब, मैं नाज़िम तबलीग था और जो मेरे कायद साहब थे उस वक्त नसीर साहब, जी जी। वो और मैं आए, रीजनल मीर साहब के साथ हमारी मीटिंग थी, तबलीगी मीटिंग। जी तो जी। वो वादे ले रहे थे अच्छा। जी कितनी बैठे हैं, वो टारगेट एक ज़माने में ना देते हाँ जी थे। बिल्कुल बिल्कुल। तो हमें कहा जी आपको हम 150 का टारगेट देते हैं। जी जी। तो इन्होंने भी हाथ खड़ा किया, जी जी हम पूरा करेंगे हमारे अच्छा। कायद साहब। तो वहाँ जब हम वापस आए वो मेरे साथ ही रहते थे, हम इकट्ठे थे, वो बड़े अफसरदा थे। जी जी। तो कहते हैं यार मैं सोच रहे थे मैं कैसे ये टारगेट पूरा करूँगा,
میں کیا دعا کریں اللہ تعالیٰ فضل کرے گا. کہنے 150 بیعتیں, بڑا حیران یار. وہ بھی کام کرتا ہے, میں بھی کام کرتا تھا. ایک دن ہم نے کہا کہ ہم یہ دن خدا تعالیٰ کے لیے نکلیں گے. تو ہم نکلے جب گھر سے, اتوار کا دن تھا, تو ہمیں پتہ چلا فلاں بھی کچھ احمدی فیملی, کچھ البانی فیملی ہوتی ہیں جی جی, ان کو تبلیغ کرتے ہیں جی. تو وہاں گئے ہم. اتوار کا دن ہے, ہم صبح پہنچے ہیں. تو وہ ہم ڈر رہے ہیں کہ اگر سو رہے ہوں گے, یہ یورپین لوگ ہیں جی جی, کیا, اور پھر ہمیں زبان نہیں آتی. جی جی, تو ہم دروازے کے باہر کھڑے ہیں اور ہم باتیں کر رہے ہیں آپس میں جی, اور کہ کیسے تبلیغ کریں. تو وہ ایک عورت اندر سے نکلی ہے, تو وہ ہمیں دیکھ رہی ہے ایسے نا, کہتی ہے ہاں آپ تو وہی لوگ ہیں جنہوں کو ایک بزرگ نے بھیجا ہے میری طرف. اچھا. وہ ایکسائٹیڈ ہو گئی اور ہمیں کھینچ کے اندر لے گئی اور اپنے خاوند کو اٹھایا کہ جس میں نے آپ کو خواب کا ذکر کیا ہے نا کہ ہمارے آج مہمان آنے ہیں. یہ واقعہ میں نے سنا ہوا پہلے, میں نے لکھا تھا. ہاں جی ٹھیک, یہ میں نے سیدنا خلیفۃ المسیح کو لکھا تھا, پھر حضور نے خطبے میں اس کا ذکر بالکل کیا تھا ذکر. تو وہ آ گئی, اس نے کہا ایک سبز گنبد ہے, اس کے پاس وہ بزرگ کھڑے ہیں اور یہ ان کی شکل ہے, اور انہوں نے مجھے کہا کہ میرے 2 بچے آنے ہیں, انہوں نے سچی باتیں بتانی ہیں. بالکل. اور وہ اتنا ایکسائٹیڈ ہوئی کہ اس نے اپنے جوس جو کچھ بھی ہمارے آگے رکھے پینے کے لیے. جی جی. تو اس نے پورے اپنے خاندان کی بیعت کرائی. پھر ہم فارغ ہوئے تو کہتی ہے آپ نے کہاں جانا ہے. ہم نے کہا آج ہمارا دن جو ہے یہ وقف ہے خدا کی خاطر, ہم نے شام تک یہی کام کرنا ہے, خدا کا پیغام پہنچانا ہے, حضرت مسیح السلام کا پیغام دینا ہے. جی جی. تو وہ کہتی ہے آپ اجازت دیں تو میں آپ کے ساتھ آ جاؤں. اچھا. تو ہم نے کہا ٹھیک ہے آ جائیں. وہ ہمارے پاس گاڑی میں بیٹھ گئی. جی جی. تو ہم جس بھی فیملی کے پاس جاتے اس سے پہلے وہ ان کو بتاتی, اپنی خواب کا ذکر کرتی اور پھر بتاتی کہ یہ وہ لوگ ہیں. اچھا. تو وہ اپنی, چونکہ ان کی زبان تھی وہ, تو وہ فوراً سمجھ جاتے, اور ہمارے پاس کتابیں تھیں ان کی, وہ دیتے. اور اس دن ہماری کوئی 100 بیعتیں ہوئی, اور اس طرح کر کے ہماری جو بیعتیں تھیں وہ 149 ہو چکی تھیں. مہینہ کا ایک دن رہتا تھا, ایک بیعت کی کمی تھی. تو ایک لڑکی تھی, اس کا جو فرینڈ تھا نا وہ احمدی نہیں ہو رہا تھا. اچھا. تو وہ کہتی نہیں میں احمدی ہوں. تو وہ شادی بھی نہیں کر رہی تھی کہ ہم نے احمدی میں کرنی شادی. جی جی. تو اس کے لڑکے نے آخر تانگا کے اس کو کہا کہ ٹھیک ہے میں احمدی ہوتا ہوں پر شادی کرو. تو اس نے فون کیا کہ میرا جو دوست ہے یہ کہتا ہے میں نے بیعت کرنی ہے. جی جی. تو آپ آ جائیں. ہم فوراً ہم نے گاڑیاں دوڑائیں, وہاں پہنچے اور اس کے لیے تحفے لے کے گئے تھے. اس طرح خدا تعالیٰ نے ہمارا وہ ٹارگیٹ 150 بیعتوں. اچھا, کوئی میسج دینا چاہیں ہمارے ناظرین کو؟ میں اینڈ پہ یہ پوچھنا چاہتا ہوں, اب شادی دوبارہ کی یا نہیں؟ نہیں, اب میری شادی ہو گئی ہے. اچھا چلے ماشاء اللہ, میں نے کہا یہ میں پوچھ لوں آپ سے. اور والدین احمدی ہوئے کہ نہیں؟ والدین تو اب تو فوت ہو گئے ہیں. اچھا. میرے خاندان میں میرا ایک چھوٹا بھائی, اس نے پورے فیملی کے ساتھ بیعت کی تھی. ماشاء اللہ. اچھا, کوئی میسج ہمارے ناظرین کی؟ چند سیکنڈ رہ گئے, پروگرام کا وقت ختم ہو رہا ہے. تو یہ کہ پورے اخلاص سے جو کچھ ہے جماعت ہے, جماعت کے بغیر ہم کچھ بھی نہیں ہے. جی. خدا تعالیٰ نے میرے اوپر بڑے فضل کیے. ماشاء اللہ. تو یہ صرف اور صرف. اچھا, کبھی آپ نے سوچا تھا کہ اس طرح آپ جرمنی آئیں گے اور کہاں کوٹ مومن اور کہاں, ایک چیز ہے سوچنے میں, کیونکہ میں نے نہیں سوچا تھا نا, میں اس لیے پوچھ رہا ہوں. نہیں, بالکل نہیں سوچا. اچھا, تو اللہ تعالیٰ کے بے شمار فضل ہے آپ پہ. سبحان اللہ, الحمدللہ. ماشاء اللہ. اچھا, ہمارا چینل آپ دیکھتے ہیں, کوئی اچھے لگ رہے ہیں ہمارے پروگرام؟ جی, ہم دیکھتے ہیں, پروگرام آتے ہیں, ہم بہت اچھے لگتے ہیں. آپ کا جو انداز ہے بالکل ہمارا اپنا لگتا ہے. بہت شکریہ. دلوں میں گھر کرتا ہے. ناظرین, پروگرام کا وقت ختم ہو رہا ہے. بہت ہی پیارے دوست ہیں ہمارے, اور میں ان کا شکریہ اس لیے ادا کرتا ہوں بہت زیادہ کہ کل میں نے رابطہ کیا تو آج انہوں نے ٹائم دے دیا. تو اگر آپ کے پاس بھی اس طرح کے دوست ہیں یا آپ خود ہیں تو ہمارے ساتھ رابطہ قائم کریں. ہم آپ سے بھی انٹرویو لیں گے, ٹیلی فون پہ بھی لے سکتے ہیں. ہمارے پاس کافی نئے نئے طریقے ہیں جناب. آج کل یہ پریشانی آپ نے نہیں لینی, یہ ہم نے لینی ہے, کیوں جی؟ تو ہمارا چینل سبسکرائب کریں اور جڑ جائیں نائن برادرز ٹی وی کے ساتھ. بہت شکریہ سر آپ کا. اللہ حافظ. اللہ حافظ.